ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਮੋਬਾਈਲਸ ਜਿਹੜੇ ਰਿਕਵਰ ਹੋ ਰਿਹਾ ਉਹ ਰਿਕਵਰ ਸਾਡਾ ਸਟਾਫ ਕਰਦਾ। ਮਤਲਬ ਅਸੀਂ ਡੇਲੀ ਸਰਚ ਕਰਦੇ ਹਾਂ, ਸਵੇਰੇ ਕਰਦੇ ਹਾਂ, ਸ਼ਾਮੀ ਕਰਦੇ ਹਾਂ, ਔਰ ਈਵਨ ਕਿ ਮਤਲਬ ਰਾਤ ਨੂੰ ਲੋਕਅਪ ਹੋਣ ਤੋਂ ਬਾਅਦ ਵੀ ਮਤਲਬ ਸਾਡੇ ਆਫਿਸਰਸ ਜਿਹੜੇ ਹੈਗੇ ਆ, ਡਿਪਟੀ ਸੁਪਰੀਟੈਂਡੈਂਟ ਹੋ ਗਿਆ, ਮੈਂ ਹੋ ਗਿਆ, ਨਾਲ ਸਾਡੇ DSP ਸਿਕਿਉਰਿਟੀ ਹੋ ਗਏ, ਐਡੀਸ਼ਨਲ ਸੁਪਰਡੈਂਟ ਜੇਲ੍ਹ ਹੋ ਗਏ, ਅਸੀਂ ਅਚਾਨਕ ਜਾ ਕੇ ਕਰਦੇ ਹਾਂ ਕਿਉਂਕਿ ਇਹ ਇਸ ਵਾਸਤੇ ਕਰਦੇ ਆ ਕਿ ਮਤਲਬ ਇਹ ਪਰਸਨਸ ਮੋਬਾਈਲ ਨੂੰ ਮਤਲਬ ਮਿਸਯੂਜ਼ ਨਾ ਕਰ ਪਾਉਣ, ਕਿਉਂਕਿ ਲੀਗਲੀ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਮੋਬਾਈਲ ਅਲਾਓ ਨਹੀਂ ਹੈਗੇ। ਪਰ ਇਹ ਪਰਸਨਸ ਜਿਹੜੇ ਅੰਦਰਲੇ ਬਿਜ਼ਨਸ ਹੈਗੇ ਨੇ, ਇਹ ਮੋਬਾਈਲ ਹੁਣ ਜੇਲ੍ਹ ਦੇ ਵਿੱਚ ਕਿਵੇਂ ਲੈ ਆਉਂਦੇ, ਇਹਦੇ ਰੀਜ਼ਨਸ ਜੇ ਦੇਖਿਆ ਜਾਵੇ ਤਾਂ ਅਲੱਗ-ਅਲੱਗ ਹੈਗੇ ਆ। ਜਿਵੇਂ ਕਿ ਇੱਕ ਜੇਲ੍ਹ ਜਿਹੜੀ ਹੈਗੀ ਹੈ ਜਦੋਂ ਬਣਦੀ ਆ ਉਦੋਂ ਬਿਲਕੁਲ ਨੋ ਡਾਊਟ ਕਿ ਖਾਲੀ ਏਰੀਏ ਦੇ ਵਿੱਚ ਹੁੰਦੀ ਹੈ, ਪਰ ਉਹ ਜਿਵੇਂ ਹੀ ਜੇਲ੍ਹ ਬਣਦੀ ਹੈ ਉਹ ਨਾਲ ਹੀ ਆਬਾਦੀ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜਦੋਂ ਆਬਾਦੀ ਆਉਂਦੀ ਹੈ ਤਾਂ ਉੱਥੇ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ ਆਊਟਰ ਵਾਲ ਦੇ ਨਾਲ। ਜਦੋਂ ਆਊਟਰ ਵਾਲ ਦੇ ਨਾਲ ਮੂਵਮੈਂਟ ਸ਼ੁਰੂ ਹੋ ਜਾਂਦੀਆਂ ਤਾਂ ਉੱਥੋਂ ਜਦੋਂ ਪਰਸਨਸ ਜਿਹੜੇ ਹੈਗੇ ਆ ਬਾਹਰਲੇ ਜਿਹੜੇ ਸ਼ਰਾਰਤੀ ਅਨਸਰ ਆਪਾਂ ਉਹਨਾਂ ਨੂੰ ਕਹਾਂਗੇ, ਉਹ ਕੁਛ ਮਤਲਬ ਥਰੋਇੰਗ ਇਸ ਹਿਸਾਬ ਨਾਲ ਕਰਦੇ ਨੇ ਕਿਉਂਕਿ ਇਹ ਓਪਨ ਏਰੀਆ ਹੈਗਾ, ਬੰਦ ਨਹੀਂ ਹੁੰਦੀ ਜੇਲ੍ਹ, ਤਾਂ ਉਹ ਕੁਛ ਇਸ ਹਿਸਾਬ ਨਾਲ ਥਰੋਇੰਗ ਕਰਦੇ ਕਿ ਉਹ ਬਿਲਕੁਲ ਜਿਹੜੀਆਂ ਬੈਰਕਸ ਹੈਗੀਆਂ, ਬੈਰਕਸ ਉਹ ਫਰੀਦਕੋਟ ਮਾਡਰਨ ਜੇਲ੍ਹ ਦੀਆਂ ਜਿਹੜੀਆਂ ਬੈਰਕਸ ਆ ਉਹ ਬਿਲਕੁਲ ਮੇਨ ਵਾਲ ਦੇ ਬਿਲਕੁਲ ਨਾਲ ਹੈਗੀਆਂ, ਤਾਂ ਉਹ ਐਗਜ਼ੈਕਟਲੀ ਕੁਛ ਹੱਦ ਤੱਕ ਉਹਨਾਂ ਤੱਕ ਵੀ ਪਹੁੰਚ ਜਾਂਦੇ ਅਤੇ ਕੁਛ ਅਸੀਂ ਪਕੜ ਵੀ ਲੈਂਦੇ ਹੈਗੇ ਆ। ਸੈਕਿੰਡ ਜਿਹੜਾ ਹੈਗਾ ਕਿ ਬੰਦੇ ਪੇਸ਼ੀ ਜਾਂਦੇ ਆ, ਪੇਸ਼ੀ ਜਦੋਂ ਜਾਂਦੇ ਨੇ ਇਹ ਲੋਕ ਡੇਲੀ ਦੀ ਮੂਵਮੈਂਟ ਜਿਹੜੀ ਹੈਗੀ ਸਾਡੀ 100, 150, 200 ਦੇ ਕਰੀਬ ਹੋ ਜਾਂਦੀ ਹੈ, ਔਰ ਇਹ ਮੂਵਮੈਂਟ ਜਦੋਂ ਡੇਲੀ ਜਾ ਰਹੇ ਨੇ ਪ੍ਰਿਜ਼ਨਰਸ, ਆ ਰਹੇ ਨੇ ਪ੍ਰਿਜ਼ਨਰਸ, ਤਾਂ ਇਹ ਲੋਕ ਆਪਣੀ ਬੋਡੀ ਪਾਰਟ ਦਾ ਯੂਜ਼ ਕਰਦੇ ਨੇ, ਜਿਹੜਾ ਮੋਬਾਈਲਸ ਜਿਹੜੇ ਛੋਟੇ ਮੋਬਾਈਲਸ ਹੈਗੇ ਆ ਉਹ ਇਹ ਆਪਣੇ ਉਹਦੇ ਵਾਸਤੇ ਵੀ ਯੂਜ਼ ਕਰਕੇ ਵੀ ਇਹਨਾਂ ਨੂੰ ਅੰਦਰ ਲਿਆਉਣ 'ਚ ਕਾਮਯਾਬ ਹੋ ਜਾਂਦੇ ਨੇ, ਕਿਉਂਕਿ ਉਸ ਟਾਈਮ ਡਿਊਟੀ ਦੇ ਵਿੱਚ ਸਾਨੂੰ ਅਗਰ ਇਨਫੋਰਮੇਸ਼ਨਸ ਸੋਰਸ ਹੀ ਹੈ ਜਿਹੜਾ ਸਾਨੂੰ ਮਤਲਬ ਉਹਦੇ ਹਿਸਾਬ ਨਾਲ ਅਸੀਂ ਕਈ ਵਾਰੀ ਰਿਕਵਰ ਵੀ ਕੀਤੇ ਆ ਫੋਨ ਇੱਥੇ, ਅਤੇ ਉਹ ਇਨਫੋਰਮੇਸ਼ਨ ਸੋਰਸ ਦੇ ਨਾਲ ਹੀ ਅਸੀਂ ਕਰ ਸਕਦੇ ਹਾਂ। ਅਦਰਵਾਈਜ਼ ਸਾਡੇ ਕੋਲ ਇਹੋ ਜਿਹਾ ਕੋਈ ਟੈਕਨੀਕਲੀ ਇਕਵਿਪਮੈਂਟ ਨਹੀਂ ਹੁੰਦਾ ਜਿਹਦੇ ਨਾਲ ਅਸੀਂ ਵੀ ਇਹਨਾਂ ਦੀ ਉੱਥੇ ਸਰਚ ਕਰਕੇ ਉਹ ਚੀਜ਼ ਰਿਕਵਰ ਕਰਾ ਪਾਈਏ, ਕਿਉਂਕਿ ਉਹ ਇਹੋ ਜਿਹੜੀ ਐਕਸਰੇ ਬੈਗੇਜ ਮਸ਼ੀਨ ਹੈ ਜਾਂ NLJD ਹੈਗੇ ਉਹ ਇਹਨਾਂ ਦੇ ਸਮਾਨ ਦੀ ਸਰਚਿਸ ਵਾਸਤੇ ਹੈਗੇ, ਇਹਨਾਂ ਦੇ ਬੋਡੀ ਨੂੰ ਜਿਹੜਾ ਸਰਚ ਕਰਨ ਵਾਸਤੇ ਨਹੀਂ ਹੈਗਾ। ਇਸ ਤੋਂ ਇਲਾਵਾ ਥਰਡ ਜਿਹੜਾ ਸਾਡੇ 'ਤੇ ਐਲੀਗੇਸ਼ਨਸ ਜਿਹੜਾ ਲੱਗਦਾ ਹੈਗਾ ਕਿ ਉਹ ਕਿ ਮੁਲਾਜ਼ਮ ਵੀ ਨਾਲ ਵਿੱਚ ਮਿਲੀ ਭੁਗਤ ਹੁੰਦੀ ਹੈ, ਪਰ ਅੱਜ ਦੀ ਡੇਟ 'ਚ ਅਗਰ ਅਸੀਂ ਕਹੀਏ ਕਿ ਅਸੀਂ ਕਾਫੀ ਹੱਦ ਤੱਕ ਜਿਹੜੇ ਵੀ ਆਫਿਸਰਸ ਸੀਗੇ, ਜਿਹੜੇ ਵੀ ਮੁਲਾਜ਼ਮ ਸੀਗੇ, ਅਸੀਂ ਉਹਨਾਂ ਨੂੰ ਆਪਣੀ ਤਰਫੋਂ ਵਾਰਨ ਵੀ ਕੀਤਾ ਗਿਆ, ਸਾਡੇ ਸੀਨੀਅਰ ਆਫਿਸਰਸ ਨੇ ਸਖਤ ਐਕਸ਼ਨ ਲੈ ਕੇ ਕਾਰਵਾਈਆਂ ਵੀ ਕਰਾਈਆਂ ਹੈਗੀਆਂ, ਅਤੇ ਅਸੀਂ ਇੰਨਾ ਕੁ ਇੱਥੇ ਜੇਲ੍ਹ ਦੇ ਵਿੱਚ ਡਰ ਪਾਇਆ ਹੋਇਆ ਕਿ ਮੁਲਾਜ਼ਮ ਇੰਨੀ ਹਿੰਮਤ ਨਾ ਕਰੇ ਕਿ ਉਹ ਇਹੋ ਜਿਹੀ ਹਰਕਤ ਕਰਕੇ ਪ੍ਰਿਜ਼ਨਰਸ ਨੂੰ ਕੋਈ ਇਹੋ ਜਿਹੀ ਪ੍ਰੋਹਿਬਿਟਡ ਆਰਟੀਕਲ ਪਹੁੰਚਾ ਪਾਏ। ਪਰ ਫਿਰ ਵੀ ਅਗਰ ਅਸੀਂ ਆਪਣੀ ਤਰਫੋਂ ਪੂਰੀ ਵਾਚ ਰੱਖੀ ਹੋਈ ਹੈ, ਜੇ ਕੋਈ ਪਰਸਨ ਕਰਦਾ ਹੈ ਤਾਂ ਉਹਨੂੰ ਕਲੀਅਰਲੀ ਅਸੀਂ ਡਿਊਟੀ ਦੇ ਵਿੱਚ ਲਿਖਤੀ ਤੌਰ 'ਤੇ ਵੀ ਲਾਇਆ ਹੋਇਆ ਹੈ, ਔਰ ਮੀਟਿੰਗਸ ਦੇ ਵਿੱਚ ਵੀ ਕਹਿੰਦੇ ਹਾਂ ਕਿ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਵੀ ਪਰਸਨਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਜੇ ਉਹ ਇਹੋ ਜਿਹੀ ਕੋਈ ਹਰਕਤ ਕਰਦੇ ਨੇ, ਔਰ ਇਹੀ ਸਾਰੀਆਂ ਚੀਜ਼ਾਂ ਕਰਕੇ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਾਂ, ਮਿਨੀਮਾਈਜ਼ ਵੀ ਕਰ ਚੁੱਕੇ ਹਾਂ। ਅਤੇ ਇੱਥੇ ਇੱਕ ਗੱਲ ਹੋਰ ਵੀ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਪ੍ਰਿਜ਼ਨਰਸ ਨੇ ਉਹ ਮੋਬਾਈਲ ਰੱਖਣ ਤੋਂ ਇਸ ਲਈ ਵੀ ਨਹੀਂ ਝਿਜਕਦੇ ਕਿਉਂਕਿ ਉਹ ਇਹਦੇ ਵਿੱਚ ਪਨਿਸ਼ਮੈਂਟ ਜਿਹੜੀ ਹੈਗੀ ਉਹ ਘੱਟ ਹੈਗੀ ਹੈ, ਔਰ ਉਹ ਪ੍ਰਿਜ਼ਨਰ ਜਿਹੜੇ ਆਲਰੇਡੀ ਹੀ ਅੰਦਰ 2-2, 3-3 ਕੇਸਾਂ ਦੇ ਵਿੱਚ ਇਨਵੋਲਵ ਹੁੰਦੇ ਆ, ਅਤੇ ਉਹਨਾਂ ਨੂੰ ਜਦੋਂ ਇਸ ਕੇਸ ਦੇ ਵਿੱਚ ਨੈਚੁਰਲੀ ਅਸੀਂ ਜਦੋਂ ਵੀ ਕੋਈ ਰਿਕਵਰੀ ਕਰਦੇ ਹਾਂ ਤਾਂ ਅਸੀਂ ਉਸੇ ਵੇਲੇ ਦਾ ਕੇਸ ਆਪਣਾ ਕੰਸਰਨ ਪੁਲਿਸ ਸਟੇਸ਼ਨ ਨੂੰ FIR ਲੌਜ ਕਰਨ ਵਾਸਤੇ ਮੂਵ ਕਰ ਦਿੰਦੇ ਹਾਂ, ਪਰ ਉਹਦੇ 'ਤੇ FIR ਵੀ ਲੌਜ ਹੁੰਦੀ ਹੈ, ਪਰ ਉਹਦਾ ਪ੍ਰਿਜ਼ਨਰ ਨੂੰ ਇਸ ਵਾਸਤੇ ਡਰ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਜਿਹੜੀ ਪਨਿਸ਼ਮੈਂਟ ਹੈਗੀ ਉਹ ਬਹੁਤ ਘੱਟ ਹੁੰਦੀ ਹੈ, ਔਰ ਉਹ ਪਨਿਸ਼ਮੈਂਟ ਦੇ ਜਿਹੜਾ ਉਹਨਾਂ ਦੇ ਐਕਚੁਅਲ ਕੇਸ ਹੈਗੇ ਨੇ ਉਹਦੇ ਵਿੱਚ ਉਹ ਆਲਰੇਡੀ ਮਤਲਬ ਇੰਨਾ ਉਹਨਾਂ ਨੂੰ ਉਹਦੇ ਵਿੱਚ ਉਹ ਹੁੰਦੇ ਨੇ ਕਿ ਕੇਸ ਉਹਨਾਂ ਦਾ ਉਹਦੇ ਵਿੱਚ ਸਜ਼ਾ ਜ਼ਿਆਦਾ ਹੋ ਸਕਦੀ ਹੁੰਦੀ ਹੈ, ਅਤੇ
ਉਹਨਾਂ ਨੂੰ ਉਸ ਚੀਜ਼ ਦਾ ਕੋਈ ਡਰ ਨਹੀਂ ਹੁੰਦਾ। ਸਰ ਹੁਣ ਤੱਕ ਗੱਲ ਕਰੀਏ ਤਾਂ ਇਸ ਸਾਲ ਵਿੱਚ ਕਿੰਨੇ ਮੋਬਾਈਲ ਰਿਕਵਰ ਹੋ ਚੁੱਕੇ ਨੇ ਜੇਲ੍ਹ ਦੇ ਅੰਦਰੋਂ ਸਰਚ ਦੌਰਾਨ? ਅਸੀਂ ਜਿਹੜਾ ਹੈਗਾ ਹੁਣ ਆਪਣੀ ਟੀਮਸ ਦੇ ਨਾਲ ਸਰਚ ਕਰਕੇ ਰੈਗੂਲਰ ਜਿਹੜਾ 1 ਜਨਵਰੀ ਤੋਂ ਲੈ ਕੇ ਹੁਣ ਤੱਕ 400 ਦੇ ਕਰੀਬ ਮੋਬਾਈਲ ਜਿਹੜੇ ਰਿਕਵਰ ਕਰ ਚੁੱਕੇ ਆ। ਸਰ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਤਾਂ ਉਸ ਦੌਰਾਨ ਵੀ ਕਈ ਤਰ੍ਹਾਂ ਦੀਆਂ ਬਰਾਮਦਗੀਆਂ ਹੁੰਦੀਆਂ ਨੇ, ਤਾਂ ਇਹ ਫਿਰ ਜਿਹੜੀ ਚੈਕਿੰਗ ਚੱਲਦੀ ਹੈ ਉਸ ਤੋਂ ਬਾਅਦ ਉਸ ਨੂੰ ਚੀਜ਼ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਂਦੇ? ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਜਦੋਂ ਸਰਚ ਕਰਦੀ ਹੈ ਤਾਂ ਉਹ ਵੀ ਇਸੇ ਕਾਰਨ ਹੀ ਹੁੰਦਾ ਕਿ ਪ੍ਰਿਜ਼ਨਰ 'ਤੇ ਇਹ ਪ੍ਰਭਾਵ ਪਿਆ ਰਹੇ, ਇਹ ਡਰ ਬਣਿਆ ਰਹੇ ਕਿ ਉਹ ਕਿਸੇ ਵੀ ਤਰੀਕੇ ਨਾਲ ਇਸ ਚੀਜ਼ ਨੂੰ ਖੁੱਲ੍ਹੇ ਤੌਰ 'ਤੇ ਯੂਜ਼ ਨਾ ਕਰ ਪਾਉਣ, ਜਾਂ ਕੋਈ ਵੀ ਪਰਸਨਸ ਜੋ ਹੈ ਉਹਦੇ 'ਤੇ ਇੰਨਾ ਦਿਮਾਗ 'ਤੇ ਡਰ ਹੋਏ ਕਿ ਇਹ ਚੀਜ਼ ਹੈਗੀ ਪ੍ਰੋਹਿਬਿਟਡ ਹੈਗੀ ਹੈ, ਇਹ ਅਸੀਂ ਨਹੀਂ ਵਰਤ ਸਕਦੇ। ਕਿਉਂਕਿ ਇਹ ਜਿਹੜੇ ਲੜਕੇ ਹੈਗੇ, ਦੇਖੋ ਇਹ ਸਾਡੇ ਸਮਾਜ ਦੇ ਹੀ ਲੜਕੇ ਆ, ਸਾਡੇ ਪੰਜਾਬ ਦੇ ਲੜਕੇ ਹੈਗੇ ਆ। ਇਹਨਾਂ ਨੂੰ ਇਹ ਨਹੀਂ ਹੈਗਾ ਕਿ ਮਤਲਬ ਜੋ ਇਹਨਾਂ ਦੇ ਬੇਸਿਕ ਰਾਈਟਸ ਆ ਉਹ ਜੋ ਸੰਵਿਧਾਨ ਨੇ ਕਿਹਾ ਹੋਇਆ ਉਹ ਇਹਨਾਂ ਨੂੰ ਸਾਨੂੰ ਮਤਲਬ ਦੇਣੇ ਹੀ ਪੈਣੇ। ਅਸੀਂ ਇਹਨਾਂ ਨੂੰ ਇਹ ਨਹੀਂ ਹੈ ਕਿ ਮਤਲਬ ਫੋਰਸਫੁਲੀ ਇਹਨਾਂ 'ਤੇ ਦਬਾਅ ਪਾਈਏ ਜਾਂ ਇਸ ਤਰੀਕੇ ਨਾਲ ਉਸ ਨੂੰ ਕਰੀਏ। ਸਿਰਫ ਅਸੀਂ ਜੋ ਕਾਇਦਾ ਕਾਨੂੰਨ ਆ ਉਹਦੇ ਮੁਤਾਬਕ ਹੀ ਅਸੀਂ ਇਹਨਾਂ ਨੂੰ ਕਿਸੇ ਹੱਦ ਤੱਕ ਉਹ ਇਹਨਾਂ ਦੀ ਮਤਲਬ ਕਰਕੇ ਇਹਨਾਂ ਦੀ ਕਾਰਵਾਈ ਕਰ ਸਕਦੇ ਆ। ਉਸ ਮੁਤਾਬਕ ਜਦੋਂ ਵੀ ਕਦੇ ਕੋਈ ਰਿਕਵਰੀ ਹੁੰਦੀ ਹੈ ਤਾਂ ਅਸੀਂ ਉਹ FIR ਲੌਂਚ ਕਰਕੇ ਅਤੇ ਉਹਦੇ 'ਤੇ ਅਸੀਂ ਕਾਰਵਾਈ ਸ਼ੁਰੂ ਕਰਵਾ ਦਿੰਦੇ ਹਾਂ। ਸਰ ਜੇਲ੍ਹ ਮਿਨਿਸਟਰ ਜਿਹੜੇ ਆਪਣੇ ਪੰਜਾਬ ਦੇ ਨੇ ਉਹਨਾਂ ਨੂੰ ਜ਼ੀਰੋ ਟੋਲਰੈਂਸ ਪੋਲਿਸੀ 'ਤੇ ਕੰਮ ਕਰਨ ਦੀ ਗੱਲ ਕੀਤੀ ਹੈ ਕਿ ਜ਼ੀਰੋ ਟੋਲਰੈਂਸ ਪੋਲਿਸੀ ਹੋਏਗੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਨੇ ਮੋਬਾਈਲ ਯੂਜ਼ ਕਰਦੇ ਨੇ। ਕੀ ਉਸ ਦਾ ਹੀ ਨਤੀਜਾ ਕਿ ਇੰਨੀ ਸਰਚ ਕੀਤੀ ਜਾ ਰਹੀ ਹੈ ਔਰ ਇੰਨੇ ਜਿਹੜੇ ਮੋਬਾਈਲ ਰਿਕਵਰ ਕੀਤੇ ਜਾ ਰਹੇ ਨੇ? ਜੀ ਬਿਲਕੁਲ ਸਰ ਦੇ ਵੱਲੋਂ ਹੀ ਜੋ ਹੁਕਮ ਹੋਏ ਨੇ, DGP ਸਰ ਵੱਲੋਂ ਹੀ ਜੋ ਹੁਕਮ ਹੋਇਆ ਉਹਦੇ ਮੁਤਾਬਕ ਹੀ ਸਾਡਾ ਸਾਰਾ ਸਟਾਫ ਜਿਹੜਾ ਹੈਗਾ 100% ਕਰ ਰਿਹਾ, ਔਰ ਉਹਦੇ ਮੁਤਾਬਕ ਹੀ ਅਸੀਂ ਜਿਹੜੀ ਹੈਗੀ ਸਰਚਿਸ ਕਰਕੇ ਇਹ ਰਿਕਵਰੀ ਕਰ ਰਹੇ ਹਾਂ। ਔਰ ਉਹ ਰਿਕਵਰੀ ਦੇ ਬਾਵਜੂਦ ਹੀ ਅਸੀਂ ਆਪਣੀ ਜੇਲ੍ਹ ਨੂੰ ਕਾਫੀ ਹੱਦ ਤੱਕ ਪੀਸਫੁਲ 'ਚ ਵੀ ਲੈ ਕੇ ਆ ਗਏ ਹਾਂ। ਕਿਉਂਕਿ ਤੁਸੀਂ ਪਿਛਲੇ ਸਾਲਾਂ ਦੇ ਉਹਨਾਂ ਦੇ ਵਿੱਚ ਵੀ ਦੇਖਿਆ ਹੋਣਾ, ਉਹ ਜੇਲ੍ਹਾਂ ਦੇ ਹਾਲਾਤ ਤੇ ਅੱਜ ਦੀ ਡੇਟ ਦੇ ਵਿੱਚ ਜੇਲ੍ਹਾਂ ਦੇ ਹਾਲਾਤ 'ਚ ਬਹੁਤ ਜ਼ਿਆਦਾ ਫਰਕ ਪਿਆ। ਸਰ ਇੱਕ ਜਿਹੜੀ ਫਰੀਦਕੋਟ ਜੇਲ੍ਹ ਦੀ ਦੀਵਾਰ ਕਾਫੀ ਨੀਵੀਂ ਹੈ ਇੱਕ ਪਾਸਿਓਂ, ਜਿੱਥੋਂ ਅਕਸਰ ਗੁੰਡਾ ਵੀ ਥਰੋ ਕਰਕੇ ਵੀ ਅੰਦਰ ਸਮਾਨ ਸਿੱਟਿਆ ਜਾਂਦਾ, ਮੋਬਾਈਲ ਸਿੱਟੇ ਜਾਂਦੇ ਸਰ, ਉਹਦੇ ਬਾਰੇ ਵੀ ਕੋਈ ਇੱਕ ਪਿੱਛੇ DIG ਸਾਹਿਬ ਨੇ ਕਿਹਾ ਸੀ ਜੀ ਉਹ ਵੀ ਮੈਂ ਦੱਸਦਾ ਜੀ। ਐਕਚੁਅਲੀ ਕੀ ਹੈਗਾ ਕਿ ਮੇਨ ਵਾਲ ਤੋਂ ਬੈਰਕਾ ਬਿਲਕੁਲ ਨਾਲ ਹੋਣ ਕਾਰਨ ਇਹ ਕਈ ਵਾਰੀ ਕਾਫੀ ਹੱਦ ਤੱਕ ਸ਼ਰਾਰਤੀ ਅਨਸਰ ਜਿਹੜੇ ਹੁੰਦੇ ਆ ਅੰਦਰ ਉਹ ਥਰੋ ਕਰਨ ਵਿੱਚ ਕਾਮਯਾਬ ਹੋ ਜਾਂਦੇ ਔਰ ਅੰਦਰ ਪ੍ਰਿਜ਼ਨਰ ਕੋਲ ਪਹੁੰਚ ਵੀ ਜਾਂਦੇ। ਅਸੀਂ ਕਾਫੀ ਹੱਦ ਤੱਕ ਇਹਨਾਂ ਨੇ ਮਿਹਨਤ ਕੀਤੀ ਹੈਗੀ ਹੈ। ਜਿਹੜੇ ਅੰਦਰ ਸ਼ਰਾਰਤੀ ਬੰਦੇ ਸੀਗੇ ਉਹਨਾਂ ਨੂੰ ਅਲੱਗ-ਅਲੱਗ ਜੇਲ੍ਹਾਂ 'ਚ ਟਰਾਂਸਫਰ ਵੀ ਕੀਤਾ ਹੈਗਾ, ਜਿਹਦੇ ਕਾਰਨ ਮਤਲਬ ਅਸੀਂ ਕਾਫੀ ਮੂਵਮੈਂਟ 'ਤੇ ਰਿਸਟ੍ਰਿਕਟ ਕਰ ਪਾਈਏ। ਕਈਆਂ 'ਤੇ ਅਸੀਂ ਕਾਨੂੰਨੀ ਰਿਕਵਰੀ ਕਰਕੇ ਕਾਨੂੰਨੀ ਕਾਰਵਾਈ ਕਰਵਾਈ ਹੈ ਤਾਂ ਕਿ ਉਹ FIR ਲੌਂਚ ਕਰਵਾ ਕੇ ਅਸੀਂ ਐਜ਼ ਪਰ ਰੂਲਸ ਜੋ ਕਾਰਵਾਈ ਬਣਦੀ ਹੈ ਉਹ ਕਰਵਾ ਪਾਈਏ। ਥਰਡ ਜਿਹੜਾ ਹੈਗਾ ਅਸੀਂ ਉਹ ਜਿਵੇਂ 20 ਫੁੱਟ ਦੀ ਦੀਵਾਰ ਹੈ, 20 ਫੁੱਟ ਦੀ ਦੀਵਾਰ ਤੋਂ 20 ਥਰੋ ਹੋ ਕੇ ਜਿਹੜੇ ਉੱਥੇ ਉਹਨਾਂ ਦੀ ਬੈਰਕ ਤੱਕ ਸਮਾਨ ਪਹੁੰਚਦਾ, ਤਾਂ ਅਸੀਂ ਉਹਦੇ ਉੱਪਰ ਜਿਹੜਾ 20 ਫੁੱਟ ਤੱਕ ਦਾ ਨੈੱਟ ਦੀ ਇੱਕ ਪ੍ਰਪੋਜ਼ਲ ਬਣਾਈ ਹੈ। ਉਹ 20 ਫੁੱਟ ਦਾ ਨੈੱਟ ਪ੍ਰਪੋਜ਼ਲ ਅਸੀਂ DGP ਸਰ ਤੋਂ ਸੈਂਕਸ਼ਨ ਲੈ ਕੇ ਅਸੀਂ ਉਹ ਅਗਰ ਨੈੱਟ ਅਸੀਂ ਮੇਨ ਵਾਲ, ਕਿਉਂਕਿ ਮੇਨ ਵਾਲ ਦੇ ਚਾਰੋਂ ਤਰਫ ਗੋਲ ਹੈਗੀ ਆ ਔਰ ਕਾਫੀ ਇਹ ਜਿਹੜਾ ਏਰੀਆ ਬਣ ਜਾਂਦਾ ਹੈਗਾ 70 ਏਕੜ ਦਾ, ਜਿਹਦੇ 'ਤੇ ਮੇਨ ਵਾਲ 'ਤੇ ਅਸੀਂ ਲਾਉਂਦੇ ਹਾਂ। ਪਰ ਉਹਦੇ 'ਤੇ ਜਿਹੜਾ ਸੈਂਸਿਟਿਵ ਪੁਆਇੰਟ ਹੈ, ਜਿਵੇਂ ਕਿ ਇੱਧਰ ਦੂਸਰੇ ਸਾਈਡ ਤੋਂ ਰਸਤਾ ਜਾ ਰਿਹਾ ਜਿੱਥੋਂ ਈਜ਼ਲੀ ਮੂਵਮੈਂਟ ਹੁੰਦੀ ਔਰ ਬੰਦਾ ਪਹੁੰਚ ਜਾਂਦਾ, ਜਾਂ ਇਸ ਤਰ੍ਹਾਂ ਪਿਛਲੇ ਪਾਸੇ ਖੇਤ ਹੈਗੇ, ਇਹ ਦੋ ਜਗ੍ਹਾ 'ਤੇ ਅਸੀਂ 200 ਸਕੁਅਰ ਫਿਟ ਦੇ ਦਾਇਰੇ ਦੇ ਵਿੱਚ ਨੈੱਟ ਲਗਾਉਣ ਦੀ ਪ੍ਰਪੋਜ਼ਲ ਭੇਜੀ ਹੈ, ਜਿਹੜਾ ਕਿ ਮਤਲਬ 20 ਫੁੱਟ ਉੱਚਾ ਹੋਏਗਾ। ਜੇ ਉਹ ਨੈੱਟ ਅਸੀਂ ਲਗਾ ਪਾਉਂਦੇ ਹਾਂ ਸਹੀ ਤਰੀਕੇ ਨਾਲ ਤਾਂ ਸਾਨੂੰ 100% ਉਮੀਦ ਹੈਗੀ ਹੈ ਕਿ ਇਹ ਥਰੋਇੰਗ ਵਾਲੀ ਜਿਹੜੀ ਉਹ ਚੀਜ਼ ਤੋਂ ਅਸੀਂ ਛੁਟਕਾਰਾ ਪਾ ਲਾਂਗੇ।